ਨਾਨਕ ਸਿੰਘ ਦਾ ਨਾਵਲ ਆਸਤਕ ਨਾਸਤਿਕ ਦਾ 11ਵਾਂ ਅੰਗ। ਕੁਟੀਆ ਨਾਂ ਦੇ ਨਵੇਂ ਨਿਵਾਸ ਸਥਾਨ 'ਤੇ ਪਹੁੰਚ ਕੇ ਸੰਤਾਂ ਦੇ ਮਨ ਨੂੰ ਕਾਫੀ ਸੰਤੋਖ ਹੋਇਆ। ਥੋੜ੍ਹੇ ਚਿਰ ਪਿੱਛੋਂ ਉਹਨਾਂ ਦੀ ਪ੍ਰਤਿਸ਼ਠਾ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ। ਇਸ ਵਾਧੇ ਦੇ ਨਾਲ ਨਾਲ ਉਹਨਾਂ ਨੂੰ ਆਪਣੇ ਆਤਮਕ ਅਵਸਥਾ ਵਿੱਚ ਵੀ ਵਿਕਾਸ ਹੁੰਦਾ ਮਹਿਸੂਸ ਹੋਣ ਲੱਗਾ। ਖਾਸ ਕਰਕੇ ਇਸ ਗੱਲ ਨੇ ਤਾਂ ਉਹਨਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਿਹੜਾ ਉਹਨਾਂ ਨੇ ਵਰਦਾਨ ਨਾਲ ਸਵਰਨ ਸਿੰਘ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਸੀ। ਰਿਧੀਆਂ ਸਿੱਧੀਆਂ ਜਿਨ੍ਹਾਂ ਬਾਬਤ ਉਹ ਜਾਣਦੀ ਸੀ ਕਿ ਅਭਿਆਸੀ ਦੀ ਆਤਮ ਪਰਪੱਕਤਾ ਤੋਂ ਬਾਅਦ ਉਹਦੇ ਚਰਨਾਂ ਦੀਆਂ ਦਾਸੀਆਂ ਬਣ ਜਾਇਆ ਕਰਦੀਆਂ ਨੇ, ਹੁਣ ਉਹਨਾਂ ਨੂੰ ਸੱਚਮੁੱਚ ਆਪਣੇ ਜੀਵਨ 'ਚ ਪ੍ਰਵੇਸ਼ ਕਰਦੀਆਂ ਅਨੁਭਵ ਹੋਣ ਲੱਗੀਆਂ। ਇਹ ਇੱਕ ਐਸੀ ਸਫਲਤਾ ਸੀ ਜਿਸ ਨੇ ਉਹਨਾਂ ਦੇ ਆਤਮ ਗੌਰਵ ਵਿੱਚ ਦਿਨੋਂ ਦਿਨ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਪਰ ਇੰਨੇ ਵਿੱਚ ਹੀ ਉਹਨਾਂ ਨੇ ਆਪਣੇ ਮਨੋਰਥ ਪੂਰਤੀ ਨਹੀਂ ਸਮਝ ਲਈ। ਉਹ ਜਾਣਦੇ ਸੀ ਕਿ ਰਿਧੀਆਂ ਸਿੱਧੀਆਂ ਕਿਸੇ ਅਭਿਆਸੀ ਦੀ ਅੰਤਿਮ ਮੰਜ਼ਿਲ ਨਹੀਂ, ਸਗੋਂ ਅਸਲੀ ਆਤਮ ਵਿਕਾਸ ਦੀ ਮੰਜ਼ਿਲ ਇਹ ਤੋਂ ਵੀ ਅਗੇਰੇ ਹੈ, ਜਿੱਥੇ ਪਹੁੰਚਣ ਲਈ ਕਿਸੇ ਆਤਮਦਰਸ਼ੀ ਨੂੰ ਹੋਰ ਬਹੁਤ ਕੁਝ ਕਰਨ ਦੀ ਲੋੜ ਹੁੰਦੀ ਹੈ। ਉਹ ਇਹ ਵੀ ਜਾਣਦੇ ਸੀ ਵੀ ਇਹ ਰਿਧੀਆਂ ਸਿੱਧੀਆਂ ਦਾ ਪੜਾਓ ਬੜਾ ਆਤਕਦਰਸ਼ੀ ਦੇ ਰਸਤੇ 'ਚ ਆਉਂਦਾ ਹੈ, ਵਾਸਤਵ 'ਚ ਬੜੀ ਖਤਰਨਾਕ ਅਵਸਥਾ ਹੁੰਦੀ ਹੈ। ਬਹੁਤੇ ਅਭਿਆਸੀ ਇਸੇ ਦੀਆਂ ਉਲਝਣਾਂ 'ਚ ਫਸ ਕੇ ਰਹਿ ਜਾਇਆ ਕਰਦੇ ਨੇ। ਇਸ ਲਈ ਇਸ ਪੜਾਅ ਉੱਤੇ ਪੁੱਜ ਕੇ ਆਤਮ ਗਿਆਨੀ ਨੂੰ ਸਭ ਤੋਂ ਵੱਧ ਚੌਕਸ ਤੇ ਦ੍ਰਿੜ ਰਹਿਣ ਦੀ ਲੋੜ ਹੁੰਦੀ ਹੈ। ਇਸ ਤਿਲਕਣਬਾਜ਼ੀ ਤੋਂ ਪੈਰ ਤਿਲਕ ਗਿਆ ਤਾਂ ਫਿਰ ਆਦਮੀ ਦੀਨ ਦੁਨੀਆ ਜੋਗਾ ਨਹੀਂ ਰਹਿੰਦਾ। ਇਹਨਾਂ ਭਾਵਾਂ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਖੂਬ ਸੰਭਲ ਚੱਲਣਾ ਸ਼ੁਰੂ ਕੀਤਾ। ਦੂਜੇ ਜਿਸ ਤੇਜ਼ੀ ਨਾਲ ਉਹਨਾਂ ਦੀ ਮਾਨਤਾ ਵੱਧਦੀ ਜਾ ਰਹੀ ਸੀ, ਜਿਵੇਂ ਸ਼ਰਧਾਲੂਆਂ ਦੀ ਆਸ਼ਾ ਪੂਰਤੀ ਦਾ ਸਵਾਲ ਦਿਨ ਰਾਤ ਉਹਨਾਂ ਨੂੰ ਘੇਰੀ ਰੱਖਦਾ, ਇਹਦਾ ਟਾਕਰਾ ਕਰਨਾ ਵੀ ਉਹਨਾਂ ਲਈ ਖਾਸਾ ਮੁਸ਼ਕਿਲ ਜਿਹਾ ਸਵਾਲ ਬਣ ਗਿਆ। ਸਵਰਨ ਸਿੰਘ ਦੀ ਪੁੱਤਰ ਪ੍ਰਾਪਤੀ ਦੀ ਕਾਮਨਾ ਜੇ ਉਹਨਾਂ ਨੇ ਪੂਰੀ ਕਰ ਦਿੱਤੀ, ਇੰਨਾ ਹੀ ਕਰਨ ਨਾਲ ਉਹਨਾਂ ਦਾ ਛੁਟਕਾਰਾ ਨਹੀਂ ਸੀ ਹੋ ਗਿਆ, ਸਗੋਂ ਇੱਕ ਦੀ ਦੇਖਾ ਦੇਖੀ ਦੂਜੇ ਅਣਗਿਣਤ ਲੋੜਵੰਦ ਹਰ ਵੇਲੇ ਉਹਨਾਂ ਦੇ ਦੁਆਲੇ ਮੰਡਲਾਉਣ ਲੱਗ ਪਏ ਸਨ। ਕਿਸੇ ਨੂੰ ਧਨ ਦੀ, ਕਿਸੇ ਨੂੰ ਪੁੱਤਰ ਦੀ, ਕਿਸੇ ਨੂੰ ਰੋਗ ਨਿਵਰਤੀ ਦੀ ਲੋੜ ਸੀ। ਕਿਹੜਾ ਸੰਸਾਰੀ ਹੋਏਗਾ ਜਿਹੜਾ ਕਿਸੇ ਨਾ ਕਿਸੇ ਅਭਾਵ ਤੋਂ ਆਤੁਰ ਨਾ ਹੋਵੇ। ਸਾਰੀ ਲੁਕਾਈ ਤਾਂ ਇਹੋ ਜਿਹੇ ਅਭਾਵਾਂ ਨਾਲ ਭਰੀ ਪਈ ਹੈ ਤਾਂ ਕਿ ਉਹ ਹਰ ਕਿਸੇ ਦੀ ਆਸ਼ਾ ਪੂਰੀ ਕਰਨ 'ਚ ਹੀ ਲੱਗੇ ਰਹਿਣ। ਉਹ ਅਕਸਰ ਸੋਚਦੇ ਇਹ ਤਾਂ ਮੇਰੇ ਲਈ ਖੂਹ 'ਚੋਂ ਨਿਕਲ ਕੇ ਖਾਤੇ 'ਚ ਡਿੱਗਣ ਵਾਲੀ ਗੱਲ ਹੋਈ। ਇਹਨਾਂ ਖਲਜਗਣਾ ਤੋਂ ਬਚਣ ਲਈ ਤਾਂ ਮੈਂ ਅੰਮ੍ਰਿਤਸਰ ਦਾ ਨਿਵਾਸ ਛੱਡਿਆ ਸੀ। ਫਿਰ ਉਹ ਦੂਜੇ ਪੱਖ ਨੂੰ ਲੈ ਕੇ ਸੋਚਦੇ, ਇਹ ਸੰਸਾਰੀ ਲੋਕ ਜਿਹੜੇ ਹਰ ਵੇਲੇ ਤਨ ਮਨ ਨਾਲ ਮੇਰੀ ਸੇਵਾ 'ਚ ਜੁਟੇ ਰਹਿੰਦੇ ਨੇ ਅਤੇ ਜਿਹੜੇ ਆਪਣੇ ਦਿਲਾਂ 'ਚ ਕੋਈ ਨਾ ਕੋਈ ਕਾਮਨਾ ਲੈ ਕੇ ਮੇਰੀ ਸ਼ਰਨ ਆਉਂਦੇ ਨੇ, ਇਹਨਾਂ ਨੂੰ ਨਿਰਾਸ਼ਾ ਨਹੀਂ ਹੋਏਗੀ ਜੇ ਮੈਂ ਇਹਨਾਂ ਦੀ ਆਸ਼ਾ ਪੂਰੀ ਨਹੀਂ ਕਰਾਂਗਾ। ਇਹ ਤੋਂ ਛੁੱਟ ਸੰਤਾਂ ਨੂੰ ਇੱਕ ਹੋਰ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਹਰ ਇੱਕ ਪ੍ਰੇਮੀ ਉਹਨਾਂ ਦੇ ਖਾਣ ਲਈ ਵੰਨ ਸੁਵੰਨੇ ਪਦਾਰਥ ਪਕਵਾਨ ਤਿਆਰ ਕਰਕੇ ਇਸ ਲਈ ਲਿਆਉਂਦਾ ਕਿ ਇਹਨਾਂ ਨੂੰ ਛੱਕ ਕੇ ਸੰਤ ਉਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਨ। ਫਿਰ ਮੁਸ਼ਕਿਲ ਇਹ ਕਿ ਹਜ਼ਾਰ ਨਾ ਨੁੱਕਰ ਕਰਦਿਆਂ ਉਹਨਾਂ ਨੂੰ ਮਜਬੂਰ ਹੋ ਕੇ ਪਦਾਰਥ ਗ੍ਰਹਿਣ ਕਰਨੇ ਹੀ ਪੈਂਦੇ। ਨਾਲੇ ਸਵਰਨ ਸਿੰਘ ਦੀ ਦੇਖਾ ਦੇਖੀ ਕਈ ਹੋਰ ਸ਼ਰਧਾਲੂ ਵੀ ਉਹਨਾਂ ਨੂੰ ਆਪਣੇ ਘਰੇ ਲਿਜਾ ਕੇ ਪ੍ਰਸ਼ਾਦ ਛਕਾਉਂਦੇ ਅਤੇ ਇਹੋ ਜਿਹੇ ਮੌਕੇ ਉੱਤੇ ਹਰ ਕੋਈ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਧੂਮ-ਧਾਮ ਨਾਲ ਸੰਤਾਂ ਦੀ ਸੇਵਾ ਕਰਦਾ। ਉਹਨਾਂ ਨੂੰ ਘਰ ਲੈ ਜਾਣ ਅਤੇ ਵਾਪਸ ਬਗੀਚੇ 'ਚ ਪਹੁੰਚਾਉਣ ਸਮੇਂ ਜਿਹੜੀ ਰੌਣਕ ਹੁੰਦੀ ਉਹ ਇੱਕ ਤਕੜੇ ਜਲੂਸ ਦੀ ਸ਼ਕਲ ਅਖਤਿਆਰ ਕਰ ਜਾਂਦੀ। ਇਸ ਤੋਂ ਛੁੱਟ ਸੰਤਾਂ ਦੇ ਨਿਵਾਸ ਸਥਾਨ 'ਤੇ ਖੂਬ ਭੀੜ ਭਾੜ ਰਹਿੰਦੀ। ਦੋਵੇਂ ਵੇਲੇ ਲੰਗਰ ਜਾਰੀ ਰਹਿੰਦਾ। ਕਈ ਗੁਣੀ ਗਿਆਨੀ ਅਤੇ ਰਾਗੀ ਜੱਥੇ ਆਉਣੇ ਸ਼ੁਰੂ ਹੋ ਗਏ। ਕੁਝ ਚਿਰ ਤੋਂ ਉਹਨਾਂ ਦੀ ਅਲਪ ਆਹਾਰ ਵਾਲੀ ਮਰਿਆਦਾ ਦਿਨੋਂ ਦਿਨ ਸਿਥਲ ਹੁੰਦੀ ਜਾ ਰਹੀ ਸੀ ਅਤੇ ਜੇ ਅਲਪ ਆਹਾਰ ਵਾਲੀ ਮਰਿਆਦਾ ਕਾਇਮ ਨਾ ਰਹੀ ਤਾਂ ਸੁਲਭ ਸ੍ਰੀ ਨਿਦਰਾ ਦਾ ਨਿਯਮ ਕਿਵੇਂ ਕਾਇਮ ਰਹਿ ਸਕਦਾ ਸੀ। ਸ਼ਾਇਦ ਇਸੇ ਕਰਕੇ ਇਨੀ ਦਿਨੀ ਉਹਨਾਂ ਨੂੰ ਨੀਂਦਰ ਕੁਝ ਜ਼ਿਆਦਾ ਆਉਣ ਲੱਗ ਪਈ ਸੀ। ਭਾਵੇਂ ਆਪਣੇ ਨੇਮ ਅਨੁਸਾਰ ਹੁਣ ਵੀ ਉਹ ਪਹਿਰ ਰਾਤ ਰਹਿੰਦੀ ਜਾਗ ਕੇ ਨਾਮ ਅਭਿਆਸ 'ਚ ਜੁੜਨ ਲਈ ਬੈਠਦੇ ਸਨ, ਪਰ ਕਈ ਵਾਰੀ ਜਦੋਂ ਸਮਾਧੀ 'ਚ ਬੈਠਿਆਂ ਅਚਿੰਤੇ ਹੀ ਊਂਘ ਆ ਜਾਣ ਕਰਕੇ ਉਹਨਾਂ ਦੀ ਬਿਰਤੀ ਤੰਦਰਾ ਦੇ ਵਲਾਵਿਆਂ 'ਚ ਉਲਝ ਜਾਂਦੀ ਤਾਂ ਬੜਾ ਕਸ਼ਟ ਹੁੰਦਾ ਉਹਨਾਂ ਦੇ ਮਨ ਨੂੰ। ਸੰਤਾਂ ਦਾ ਉਤਾਰਾ ਜਿਸ ਕਮਰੇ 'ਚ ਕਰਾਇਆ ਗਿਆ ਸੀ, ਸ਼ਰਧਾਲੂਆਂ ਨੂੰ ਉਹ ਕੋਈ ਬਹੁਤਾ ਤਸੱਲੀ ਵਾਲਾ ਨਹੀਂ ਸੀ ਜਾਪਦਾ, ਕਿਉਂਕਿ ਉਸ 'ਚ ਪੂਜਾ ਪਾਠ ਜਾਂ ਇਸ਼ਨਾਨ ਆਦਿ ਲਈ ਕੋਈ ਨਿਵੇਕਲਾ ਥਾਂ ਨਹੀਂ ਸੀ, ਜਿਸ ਕਰਕੇ ਸੰਗਤਾਂ ਨੇ ਸਭ ਤੋਂ ਪਹਿਲਾਂ ਇਸ ਕੰਮ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਜਿਹਦੇ ਫਲ ਰੂਪ ਛੇਤੀ ਬਾਗ ਦੇ ਇੱਕ ਰਮਣੀਕ ਪਾਸੇ ਲੋੜੀਂਦੀ ਇਮਾਰਤ ਤਿਆਰ ਕਰ ਦਿੱਤੀ ਗਈ। ਨਾਲ ਹੀ ਬਗੀਚੀ 'ਚ ਬਿਜਲੀ ਲਿਆਉਣ ਦਾ ਕੰਮ ਸਿਰੇ ਚੜ੍ਹ ਗਿਆ। ਸੰਤਾਂ ਨੇ ਭਾਵੇਂ ਆਪਣੇ ਨਵੇਂ ਨਿਵਾਸ 'ਚ ਬਿਜਲੀ ਲਵਾਉਣ ਤੋਂ ਮਨ੍ਹਾ ਕਰਤਾ ਸੀ, ਪਰ ਉਹਨਾਂ ਦੇ ਰੋਕਦਿਆਂ ਵੀ ਹਰ ਇੱਕ ਕਮਰੇ 'ਚ ਬੱਲਬ ਅਤੇ ਪੱਖੇ ਆਦਿ ਲਵਾ ਦਿੱਤੇ।
ਇਮਾਰਤ ਫੰਡ ਤੇ ਲੰਗਰ ਆਦਿ ਦੇ ਆਮਦਨ ਖਰਚ ਦਾ ਹਿਸਾਬ ਸਵਰਨ ਸਿੰਘ ਦੇ ਜ਼ਿੰਮੇ ਸੀ, ਜਿਹਦੀ ਦਿਆਨਤਦਾਰੀ ਉੱਤੇ ਸੰਤਾਂ ਨੂੰ ਵੀ ਤੇ ਸੰਗਤ ਨੂੰ ਵੀ ਪੂਰਾ ਵਿਸ਼ਵਾਸ ਸੀ। ਜਿਹੜਾ ਆਦਮੀ ਇੰਨਾ ਨਿਸ਼ਕਾਮ ਤੇ ਨਿਰਲੋਭ ਹੋਵੇ ਤੇ ਆਪਣੀ ਹਜ਼ਾਰਾਂ ਰੁਪਇਆਂ ਦੀ ਜਾਇਦਾਦ ਤਿਆਗਣ ਤੋਂ ਦਰੇਗ ਨਾ ਕਰੇ, ਉਸ ਨਾਲੋਂ ਵੱਧ ਵਿਸ਼ਵਾਸ ਪਾਤਰ ਹੋਰ ਕੌਣ ਹੋ ਸਕਦਾ ਸੀ। ਇਹਦੇ ਬਾਵਜੂਦ ਵੀ ਕਈ ਮਾਮਲਿਆਂ 'ਚ ਸਲਾਹ ਮਸ਼ਵਰਾ ਲੈਣ ਲਈ ਸਵਰਨ ਸਿੰਘ ਨੂੰ ਸੰਤਾਂ ਦਾ ਕੁਝ ਨਾ ਕੁਝ ਵਕਤ ਲੈਣਾ ਹੀ ਪੈਂਦਾ ਸੀ, ਜੋ ਸੰਤਾਂ ਦੀ ਬਿਰਤੀ ਲਈ ਕਾਫੀ ਵਿਘਨਕਾਰੀ ਸਾਬਤ ਹੁੰਦਾ ਸੀ। ਛੇਕੜ ਇੱਕ ਦਿਨ ਉਹਨਾਂ ਨੇ ਸਵਰਨ ਸਿੰਘ ਨੂੰ ਕਹਿ ਦਿੱਤਾ ਕਿ ਇਹਨਾਂ ਮਾਮਲਿਆਂ 'ਚ ਉਹਨਾਂ ਪਾਸੋਂ ਕਦੀ ਕੁਝ ਨਾ ਪੁੱਛਿਆ ਜਾਇਆ ਕਰੇ। ਨਵੇਂ ਨਿਵਾਸ ਸਥਾਨ 'ਚ ਜਾ ਕੇ ਸੰਤਾਂ ਦੇ ਮਨ ਨੂੰ ਤਸੱਲੀ ਅਵੱਸ਼ ਹੋਈ। ਕੋਈ ਵੀ ਸੁਹੱਪਣ ਭਰੀ ਚੀਜ਼ ਮਨੁੱਖੀ ਮਨ 'ਤੇ ਆਪਣੇ ਅਸਰ ਕੀਤੇ ਬਿਨਾਂ ਨਹੀਂ ਰਹਿੰਦੀ, ਪਰ ਸੰਤਾਂ ਨੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਬਿਜਲੀ, ਪੱਖੇ ਆਦਿ ਚੀਜ਼ਾਂ ਦੀ ਵਰਤੋਂ ਨਹੀਂ ਕਰਨਗੇ, ਛੁੱਟ ਇੱਕ ਅੱਧ ਬੱਲਬ ਤੋਂ। ਸੰਤਾਂ ਦੀ ਕਿਰਪਾ ਨਾਲ ਸਵਰਨ ਸਿੰਘ ਦਾ ਦੁਖਾਂਤ ਇੱਕਦਮ ਸੁਖਾਂਤ ਵਿੱਚ ਬਦਲ ਗਿਆ। ਨਾ ਨਿਰਾ ਉਹ, ਬਲਕਿ ਸ਼ਹਿਰ ਦੇ ਹੋਰ ਵੀ ਅਨੇਕਾਂ ਨਰ ਨਾਰੀ ਸੰਤਾਂ ਦੇ ਆਗਮਨ ਨੂੰ ਆਪਣਾ ਤੇ ਆਪਣੇ ਸ਼ਹਿਰ ਲਈ ਸੁਭਾਗ ਦਾ ਸੰਦੇਸ਼ ਸਮਝ ਰਹੇ ਸਨ। ਪਠਾਨਕੋਟ ਤੋਂ ਬਾਹਰ ਦੂਰ ਦੁਰਾਡੇ ਤੀਕ ਸੰਤਾਂ ਦੀ ਸ਼ੋਭਾ ਫੈਲੀ ਜਾ ਰਹੀ ਸੀ, ਜਿਸ ਦੇ ਮੂੰਹੋਂ ਸੁਣੋ ਅੰਮ੍ਰਿਤਸਰ ਵਾਲੇ ਮਹਾਂਪੁਰਸ਼ਾਂ ਦੀ ਹੀ ਚਰਚਾ। ਸੰਤ ਵਧੇਰੇ ਆਪਣੀ ਕੁਟੀਆ ਅਰਥਾਤ ਨਵੇਂ ਟਿਕਾਣੇ 'ਚ ਨਿਵਾਸ ਰੱਖਦੇ ਸਨ। ਛੁੱਟ ਸਵੇਰ ਤੋਂ ਜਦੋਂ ਉਹਨਾਂ ਨੇ ਸੰਗਤ 'ਚ ਕਥਾ ਕੀਰਤਨ ਦੀ ਝੜੀ ਲਾਉਣੀ ਹੁੰਦੀ, ਸਰੀਰ ਦੇ ਕੱਪੜੇ ਲੱਤੇ ਵੱਲੋਂ ਹੁਣ ਵੀ ਪਹਿਲਾਂ ਵਾਂਗ ਬੇਪਰਵਾਹ ਰਹਿੰਦੇ। ਤੇੜ ਕਛਹਿਰਾ, ਗਲ 'ਚ ਛੋਟੀ ਜਿਹੀ ਗਲਗਿੱਤੀ, ਉੱਪਰ ਇੱਕ ਚਾਦਰ ਤੇ ਸਿਰ ਤੇ ਛੋਟੀ ਜਿਹੀ ਦਸਤਾਰ, ਬਸ ਇੰਨੇ 'ਚ ਹੀ ਸੰਤੁਸ਼ਟ ਸਨ। ਪ੍ਰੇਮੀਆਂ ਵੱਲੋਂ ਭਾਵੇਂ ਕਈ ਤਰ੍ਹਾਂ ਦੇ ਕੱਪੜੇ ਆਦਿ ਲਿਆਂਦੇ ਜਾਂਦੇ, ਪਰ ਉਹ ਜਾਂ ਪਏ ਰਹਿੰਦੇ ਜਾਂ ਕਿਸੇ ਲੋੜਵੰਦ ਨੂੰ ਦੇ ਛੱਡਦੇ। ਸਿਆਲ ਤੋਂ ਬਾਅਦ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਤੇ ਗਰਮੀ ਵੀ ਐਤਕਾਂ ਪਿਛਲੇ ਸਾਲ ਨਾਲੋਂ ਜ਼ਿਆਦਾ ਪੈਣ ਲੱਗੀ। ਸੰਤਾਂ ਦਾ ਵਿਚਾਰ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਰਾ ਸਿਆਲ ਬਿਨਾਂ ਗਰਮ ਕੱਪੜਿਆਂ ਤੋਂ ਕੱਟਿਆ, ਤਿਵੇਂ ਗਰਮੀਆਂ ਵੀ ਉਹ ਕੁਟੀਆ ਅੰਦਰ ਰਹਿ ਕੇ ਹੀ ਗੁਜ਼ਾਰਨਗੇ। ਪਰ ਉਹਨਾਂ ਦੀ ਇਸ ਪ੍ਰਤਿੱਗਿਆ ਨੂੰ ਸੰਗਤਾਂ ਨੇ ਪ੍ਰਵਾਨ ਨਹੀਂ ਕੀਤਾ। ਉਹਨਾਂ ਵੱਲੋਂ ਬੜੀ ਮਿੰਨਤ ਸਮਾਜਤ ਨਾਲ 2 ਪ੍ਰਸਤਾਵ ਪੇਸ਼ ਕੀਤੇ ਗਏ। ਜਾਂ ਤਾਂ ਉਹ ਰਾਤੀ ਬਾਹਰ ਵਰਾਂਡੇ 'ਚ ਸਵਿਆਂ ਕਰਨ, ਤੇ ਜੇ ਜ਼ਰੂਰ ਉਹਨਾਂ ਨੇ ਅੰਦਰ ਹੀ ਗਰਮੀਆਂ ਗੁਜ਼ਾਰਨੀਆਂ ਨੇ ਤਾਂ ਪੱਖੇ ਦੀ ਵਰਤੋਂ ਜਾਰੀ ਕਰ ਦੇਣ। ਛੇਕੜ ਸੰਤਾਂ ਨੇ ਸੰਗਤ ਦੀ ਪਹਿਲੀ ਮੰਗ ਨੂੰ ਮੰਨ ਲਿਆ। ਪੱਖੇ ਦੀ ਵਰਤੋਂ ਤਾਂ ਉਹ ਕਿਸੇ ਵੀ ਹਾਲਤ 'ਚ ਕਰਨ ਨੂੰ ਰਜ਼ਾਮੰਦ ਨਾ ਹੋਏ, ਪਰ ਬਾਹਰ ਵਰਾਂਡੇ 'ਚ ਸੌਣਾ ਉਹਨਾਂ ਨੇ ਮੰਨ ਲਿਆ। 100% ਲਾਜ਼ਮੀ ਤੌਰ 'ਤੇ ਨਹੀਂ, ਜਦ ਕਦੇ ਉਹਨਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੋਏਗੀ ਤਦੋਂ। ਬੀਤੀ ਛਮਾਈ ਦੇ ਅੰਦਰ ਅੰਦਰ ਜਦ ਸੰਗਤ ਦੀ ਭੀੜ ਬਹੁਤ ਜ਼ਿਆਦਾ ਵਧਣੀ ਸ਼ੁਰੂ ਹੋ ਗਈ ਤਾਂ ਥਾਂ ਦਾ ਆਹਾਰ ਕਰਨਾ ਵੀ ਜ਼ਰੂਰੀ ਸੀ। ਹੁਣ ਤੀਕਤਾ ਖੁੱਲ੍ਹੇ ਆਕਾਸ਼ ਹੇਠ ਜਾਂ ਵੱਧ ਤੋਂ ਵੱਧ ਸ਼ਾਮਿਆਨੇ ਨਾਲ ਸਤਸੰਗ ਦਾ ਕੰਮ ਸਰਦਾ ਗਿਆ ਸੀ। ਪਰ ਅੱਗੋਂ ਬਰਸਾਤ ਉਤਰਨ ਵਾਲੀ ਸੀ ਤੇ ਮੀਂਹ ਝੱਖੜ ਦੇ ਬਚਾਅ ਲਈ ਸਥਾਈ ਤੌਰ 'ਤੇ ਕਥਾ ਸਥਾਨ ਦਾ ਹੋਣਾ ਬੜਾ ਜ਼ਰੂਰੀ ਭਾਸਣ ਲੱਗਾ। ਸੋ ਇਸ ਮਤਲਬ ਲਈ ਸਵਰਨ ਸਿੰਘ ਤੇ ਕੁਝ ਹੋਰ ਪ੍ਰੇਮੀਆਂ ਵੱਲੋਂ ਨਵੀਂ ਇਮਾਰਤ ਦਾ ਨਕਸ਼ਾ ਤਿਆਰ ਕਰਵਾ ਕੇ ਸੰਗਤ ਪਾਸ ਮਾਇਆ ਦੀ ਅਪੀਲ ਕੀਤੀ ਗਈ ਤੇ ਸੰਗਤ ਨੇ ਇਸ ਅਤਿ ਲੋੜੀਂਦੇ ਕੰਮ ਲਈ ਦਿਲ ਖੋਲ੍ਹ ਕੇ ਮਾਇਆ ਦੇਣੀ ਸ਼ੁਰੂ ਕਰ ਦਿੱਤੀ। ਵੇਖਦਿਆਂ ਹਜ਼ਾਰਾਂ ਰੁਪਇਆਂ ਦਾ ਫੰਡ ਜਮ੍ਹਾਂ ਹੋ ਗਿਆ। ਇਸ ਪੁਰਸ਼ਾਰਥ ਦਾ ਸਿਹਰਾ ਖਾਸ ਤੌਰ 'ਤੇ ਸਵਰਨ ਸਿੰਘ ਦੇ ਸਿਰ ਸਮਝਿਆ ਜਾਣ ਲੱਗਾ, ਜਿਸ ਨੇ ਪਹਿਲਾਂ ਵੀ ਆਪਣੀ ਬਗੀਚੀ ਦਾਨ ਕਰਕੇ ਕੁਝ ਘੱਟ ਉਦਾਰਤਾ ਨਹੀਂ ਸੀ ਦਿਖਾਈ, ਤੇ ਹੁਣ ਇਮਾਰਤ ਫੰਡ ਵਿੱਚ ਵੀ ਸਭ ਤੋਂ ਪਹਿਲੀ 500 ਦੀ ਰਕਮ ਉਸੇ ਨੇ ਅਰਦਾਸ ਕਰਾਈ ਸੀ। ਸੰਤਾਂ ਦੀ ਸਲਾਹ ਨਾਲ ਨਕਸ਼ੇ 'ਚ ਕਥਾ ਮੰਡਪ, ਲੰਗਰ, ਦਫ਼ਤਰ, ਅਤਿਥੀ ਭਵਨ ਆਦਿ ਤੋਂ ਛੁੱਟ ਇੱਕ ਹੋਰ ਕੰਮ ਲਈ ਵੀ ਕੁਝ ਕਮਰੇ ਰੱਖੇ ਗਏ। ਸੰਤਾਂ ਦੀ ਖਾਹਿਸ਼ ਸੀ ਕਿ ਇੱਥੇ ਇੱਕ ਇਹੋ ਜਿਹਾ ਆਸ਼ਰਮ ਖੋਲ੍ਹਿਆ ਜਾਵੇ ਜਿਸ 'ਚ ਜਗਿਆਸੂਆਂ ਨੂੰ ਨਿਰੋਲ ਅਧਿਆਤਮਕ ਵਿੱਦਿਆ ਦਿੱਤੀ ਜਾਇਆ ਕਰੇ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਪਰ ਸੰਤਾਂ ਦੇ ਮਨ ਨੂੰ ਕਿਸੇ ਵੇਲੇ ਬੜਾ ਕਸ਼ਟ ਹੁੰਦਾ ਜਦੋਂ ਉਹਨਾਂ ਨੂੰ ਸ਼ਰਧਾਲੂਆਂ ਦੇ ਘਰੇ ਪ੍ਰਸ਼ਾਦ ਛਕਣ ਲਈ ਮਜਬੂਰ ਕੀਤਾ ਜਾਂਦਾ। ਫਿਰ ਇਹ ਕੰਮ ਇੰਨੀ ਧੂਮ-ਧਾਮ ਨਾਲ ਕੀਤਾ ਜਾਂਦਾ ਕਿ ਉਹਨਾਂ ਦਾ ਬਹੁਤ ਸਾਰਾ ਵਕਤ ਇਸੇ 'ਚ ਜਾਇਆ ਹੋ ਜਾਂਦਾ। ਵੈਸੇ ਵੀ ਇਸ ਕਿਸਮ ਦਾ ਖੱਪਖਾਨਾ ਉਹਨਾਂ ਨੂੰ ਪਸੰਦ ਨਹੀਂ ਸੀ। ਛੇਕੜ ਇੱਕ ਦਿਨ ਉਹਨਾਂ ਨੇ ਸਵਰਨ ਸਿੰਘ ਨੂੰ ਸੱਦ ਕੇ ਕਹਿ ਦਿੱਤਾ ਕਿ ਉਹ ਅੱਜ ਤੋਂ ਪ੍ਰਸ਼ਾਦ ਛਕਣ ਲਈ ਕਿਸੇ ਦੇ ਘਰ ਨਹੀਂ ਜਾਇਆ ਕਰਨਗੇ। ਤੇ ਇਸ ਦਿਨ ਤੋਂ ਬਾਅਦ ਸਵਰਨ ਸਿੰਘ ਨੇ ਪ੍ਰਸ਼ਾਦ ਛਕਾਉਣ ਦਾ ਕੰਮ ਨਿਰੋਲ ਆਪਣੇ ਜ਼ਿੰਮੇ ਲੈ ਲਿਆ। ਦੂਸਰੇ ਪ੍ਰੇਮੀਆਂ ਨੂੰ ਇਸ ਨਾਲ ਨਿਰਾਸ਼ਾ ਜ਼ਰੂਰ ਹੋਈ, ਪਰ ਆਗਿਆ ਦਾ ਪਾਲਣ ਕਰਨਾ ਵੀ ਤਾਂ ਜ਼ਰੂਰੀ ਸੀ। ਉਸ ਦਿਨ ਸਵਰਨ ਸਿੰਘ ਨੇ ਘਰ ਜਾ ਕੇ ਵੱਡੀ ਬੀਬੀ ਨੂੰ ਇਹ ਖੁਸ਼ਖਬਰੀ ਸੁਣਾਈ। ਵੱਡੀ ਬੀਬੀ ਨੇ ਧੰਨ ਭਾਗ ਜਾਣ ਕੇ ਇਸ ਸੇਵਾ ਨੂੰ ਅਪਣਾਇਆ। ਇਸੇ ਦਿਨ ਤੋਂ ਸੰਤਾਂ ਲਈ ਪ੍ਰਸ਼ਾਦ ਤਿਆਰ ਕਰਨ ਤੇ ਪਹੁੰਚਾਉਣ ਦਾ ਕੰਮ ਵੱਡੀ ਬੀਬੀ ਨੇ ਅੰਬੋ ਨੂੰ ਸੌਂਪ ਦਿੱਤਾ। ਅੰਗ 12ਵਾਂ। ਮੁਨਸ਼ੀ ਰਾਜ ਸਿੰਘ ਨਾਲ ਉਸ ਦਿਨ ਤੋਂ ਬਾਅਦ ਸਵਰਨ ਸਿੰਘ ਨੇ ਜ਼ਬਾਨ ਸਾਂਝੀ ਨਹੀਂ ਸੀ ਕੀਤੀ।
ਪਰ ਇਹਦਾ ਇਹ ਮਤਲਬ ਨਹੀਂ ਕਿ ਘਰੋਗੀ ਤੌਰ 'ਤੇ ਵੀ ਦੋਵਾਂ ਪਰਿਵਾਰਾਂ ਦੇ ਸੰਬੰਧ ਟੁੱਟ ਗਏ ਹੋਣ। ਗੁਰਨਾਮ ਕੌਰ ਨੇ ਜਿਸ ਦਿਨ ਤੋਂ ਆਪਣੀ ਗੁਆਂਢਣ ਵੱਡੀ ਬੀਬੀ ਨਾਲ ਸਤਸੰਗ 'ਚ ਜਾਣਾ ਸ਼ੁਰੂ ਕੀਤਾ, ਉਸੇ ਦਿਨ ਤੋਂ ਇਹਨਾਂ ਦੋਹਾਂ ਸੁਆਣੀਆਂ ਦਾ ਬੜਾ ਡੂੰਘਾ ਸਹੇਲ ਪੈ ਗਿਆ ਤੇ ਇਹਦਾ ਫਲ ਰੂਪ ਗੁਰਨਾਮ ਕੌਰ ਦਾ ਸਤਿਕਾਰ ਨਾ ਕੇਵਲ ਸਵਰਨ ਸਿੰਘ ਦੇ ਕੁਨਬੇ 'ਚ ਦਿਨੋਂ ਦਿਨ ਵਾਧੇ 'ਤੇ ਸੀ, ਸਗੋਂ ਲਾਗ ਪਾਸ ਦੀਆਂ ਜਨਾਨੀਆਂ ਵੀ ਉਹਦਾ ਬੜਾ ਆਦਰ ਕਰਨ ਲੱਗ ਪਈਆਂ। ਤੇ ਮੁਨਸ਼ੀ ਰਾਜ ਸਿੰਘ ਆਪਣੇ ਆਂਢ ਗੁਆਂਢ ਦੇ ਲੋਕਾਂ 'ਚ ਉਹਦੀ ਹਾਲਤ ਕੂੜੇ ਦੇ ਉਸ ਪੀਪੇ ਵਰਗੀ ਸੀ ਜਿਹੜਾ ਘਰ ਦੀ ਇੱਕ ਨੁੱਕਰੇ ਪਿਆ ਰਹਿੰਦਾ ਤੇ ਜਿਸ 'ਚ ਕੂੜਾ ਕਚਰਾ ਸੁੱਟਣ ਦਾ ਹਰ ਕਿਸੇ ਨੂੰ ਅਧਿਕਾਰ ਹੁੰਦਾ ਹੈ। ਉਹਨੂੰ ਹੁਣ ਖੁੱਲ੍ਹੇ ਮੂੰਹੀ ਨਾਸਤਕ ਤੇ ਬੇਮੁਖੀਆ ਆਖਿਆ ਜਾਣ ਲੱਗ ਪਿਆ ਤੇ ਇਹਨਾਂ ਆਖਣ ਵਾਲਿਆਂ 'ਚ ਦੋ ਸ਼ਖਸੀਅਤਾਂ ਦਾ ਹੱਥ ਸਭ ਤੋਂ ਜ਼ਿਆਦਾ ਸੀ। ਇੱਕ ਉਹਦੀ ਪਤਨੀ ਦਾ, ਜਿਹੜੀ ਅਕਸਰ ਸਤਸੰਗਣਾ ਵਿੱਚ ਤੇ ਆਪਣੇ ਪਤੀ ਦੀਆਂ ਬੇਹੁਦਰੀਆਂ ਦਾ ਜ਼ਿਕਰ ਕਰਿਆ ਕਰਦੀ, ਤੇ ਦੂਜਾ ਸਵਰਨ ਸਿੰਘ ਦਾ, ਜਿਹੜਾ ਅਕਸਰ ਸਤਸੰਗੀਆਂ 'ਚ ਉਹਦੀ ਬੇਮੁਖਤਾ ਤੇ ਨਾਸਤਕਤਾ ਦਾ ਜ਼ਿਕਰ ਕਰਿਆ ਕਰਦਾ। ਗੁਰਨਾਮ ਕੌਰ ਨੂੰ ਨਿਰਾ ਇਹੋ ਸੰਤਾਪ ਨਹੀਂ ਸੀ ਸਤਾਉਂਦਾ ਕਿ ਉਹਦਾ ਪਤੀ ਨਾਸਤਿਕ ਜਾਂ ਗੁਰੂ ਤੋਂ ਬੇਮੁਖ ਹੈ, ਸਗੋਂ ਸਭ ਤੋਂ ਵੱਡਾ ਦੁੱਖ ਉਹਨੂੰ ਇਹ ਸੀ ਕਿ ਮੁਨਸ਼ੀ ਰਾਜ ਸਿੰਘ ਹਰ ਮਹੀਨੇ ਆਪਣੀ ਤਨਖਾਹ ਦਾ ਕੁਝ ਹਿੱਸਾ ਬੇਮਤਲਬ ਤੇ ਫਜ਼ੂਲ ਕੰਮਾਂ 'ਚ ਜ਼ਾਇਆ ਕਰ ਛੱਡਦਾ ਸੀ। ਤੇ ਪਤੀ ਦੇ ਇਸ ਜ਼ੁਲਮ ਉੱਤੇ ਹੋਰ ਭਾਰੀ ਜ਼ੁਲਮ ਇਹ ਕਿ ਜਦ ਕਦੀ ਉਸ ਤੋਂ ਪੁੱਛਦੀ ਕਿ ਬਾਕੀ ਰੁਪਏ ਕਿੱਥੇ ਗਏ, ਤਾਂ ਉਹ ਬਜਾਏ ਇਹਦੇ ਕਿ ਠੀਕ ਕੈਫੀਅਤ ਦੇਵੇ, ਆਲਿਆਂ ਟੋਲਿਆਂ 'ਚ ਟਾਲ ਛੱਡਦਾ। ਗੁਰਨਾਮ ਕੌਰ ਨੂੰ ਜੇ ਸਤਸੰਗ 'ਚ ਜਾ ਕੇ 2 ਘੜੀਆਂ ਲਈ ਸ਼ਾਂਤੀ ਮਿਲਦੀ ਤਾਂ ਘਰ ਵੜਦਿਆਂ ਹੀ ਇਹ ਸ਼ਾਂਤੀ ਉੱਡ-ਪੁੱਡ ਜਾਂਦੀ। ਇਹਦੀ ਥਾਂ ਉਹਦੇ ਅੰਦਰ ਘਰੋਗੀ ਜ਼ਿੰਮੇਵਾਰੀਆਂ ਦੀ ਚਿੰਤਾ ਤੇ ਪਤੀ ਦੀਆਂ ਫਜ਼ੂਲ ਖਰਚੀਆਂ ਦਾ ਗੁੱਸਾ ਭਰਨਾ ਸ਼ੁਰੂ ਹੋ ਜਾਂਦਾ। ਜਦੋਂ ਵੀ ਮੁਨਸ਼ੀ ਰਾਜ ਸਿੰਘ ਘਰ ਆਉਂਦਾ, ਉਹ ਭੱਖੀ ਤਪੀ ਹੋਈ ਉਸ ਉੱਤੇ ਤਰ੍ਹਾਂ ਦੇ ਸਵਾਲਾਂ ਦੀ ਬੁਛਾੜ ਸ਼ੁਰੂ ਕਰ ਦਿੰਦੀ। ਪਰ ਮੁਨਸ਼ੀ ਰਾਜ ਸਿੰਘ ਦੇ ਸੁਭਾਅ 'ਚ ਪੈਦਾ ਹੋਈ ਇੱਕ ਵਿਲੱਖਣਤਾ ਦੇ ਕਾਰਨ ਹੁਣ ਘਰ 'ਚ ਪਹਿਲਾਂ ਵਰਗੀ ਫਸਾਦ ਨਹੀਂ ਸੀ ਮੱਚਦਾ। ਪਹਿਲਾਂ ਜਿੱਥੇ ਰਾਜ ਸਿੰਘ ਵੀ ਇੱਟ ਦੇ ਜਵਾਬ 'ਚ ਪੱਥਰ ਚੁੱਕਣ ਦਾ ਆਦੀ ਸੀ, ਹੁਣ ਉੱਥੇ ਪੂਰੇ ਠਰਮੇ ਤੋਂ ਕੰਮ ਲੈਂਦਾ ਹੋਇਆ ਪਤਨੀ ਦਾ ਗੁੱਸਾ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਤੇ ਕਦੀ ਜਦ ਗੁਰਨਾਮ ਕੌਰ ਦੇ ਗੁੱਸੇ ਦਾ ਪਾਰਾ ਬਹੁਤ ਉਤਾਂਹ ਚਲਾ ਗਿਆ ਵੇਖਦਾ ਤਾਂ ਸਿਰਿਓਂ ਹੀ ਦੜ ਵੱਟ ਜਾਂਦਾ। ਪਰ ਉਹਦੀ ਇਹ ਮੁਜਰਮਾਨਾ ਖਾਮੋਸ਼ੀ ਗੁਰਨਾਮ ਕੌਰ ਦੇ ਅੰਦਰ ਭੜਕ ਰਹੇ ਗੁੱਸੇ ਦੀ ਅੱਗ ਲਈ ਸਗੋਂ ਤੇਲ ਦਾ ਕੰਮ ਕਰਦੀ। ਕਦੀ ਜਦ ਗੁਰਨਾਮ ਕੌਰ ਦਾ ਦਿਲ ਪਤੀ ਵੱਲੋਂ ਬਹੁਤ ਹੀ ਦੁਖੀ ਹੋ ਜਾਂਦਾ, ਜਦ ਹੋਰ ਕੋਈ ਚਾਰਾ ਉਹਦੇ ਨਜ਼ਰੀ ਨਾ ਆਉਂਦਾ, ਤਾਂ ਸੰਤਾਂ ਦੀ ਸੇਵਾ 'ਚ ਹਾਜ਼ਰ ਹੋ ਕੇ ਆਪਣਾ ਦੁੱਖ ਪ੍ਰਗਟ ਕਰਦੀ। ਇਸ ਦਾਇਮੀ ਕਲਾ ਕਲੇਸ਼ ਦੀ ਨਿਵਰਤੀ ਲਈ ਉਹਨਾਂ ਤੋਂ ਆਪਾ ਪੁੱਛਦੀ। ਸੰਤਾਂ ਨੂੰ ਬੜਾ ਤਰਸ ਆਉਂਦਾ ਇਸ ਅਬਲਾ ਦੀ ਹਾਲਤ ਉੱਤੇ। ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਹੀ ਜਾਂਦਾ ਕਿ ਮੁਨਸ਼ੀ ਰਾਜ ਸਿੰਘ ਜ਼ਰੂਰ ਕਿਸੇ ਭਾਰੀ ਕੁਕਰਮ ਜਾਂ ਅਯਾਸ਼ੀ ਦਾ ਸ਼ਿਕਾਰ ਹੈ, ਜਿਹੜਾ ਆਪਣੀ ਆਮਦਨੀ ਦਾ ਬਹੁਤ ਹਿੱਸਾ ਉਸ ਵਿੱਚ ਜ਼ਾਇਆ ਕਰ ਛੱਡਦਾ ਹੋਏਗਾ। ਮੁਨਸ਼ੀ ਰਾਜ ਸਿੰਘ ਦੀ ਕਸੋਬਾ, ਜਿਹੜੀ ਇੰਨੀ ਦਿਨੀ ਹਰ ਪਾਸੇ ਫੈਲੀ ਸੀ, ਸੰਤਾਂ ਪਾਸ ਵੀ ਅਕਸਰ ਪਹੁੰਚਦੀ ਰਹਿੰਦੀ। ਉਹਨਾਂ ਨੂੰ ਇਸ ਅਭਾਗੇ ਜੀਵ ਦੀ ਹਾਲਤ 'ਤੇ ਬੜਾ ਤਰਸ ਆਉਂਦਾ, ਜਿਹਦੀ ਬੇਮੁਖਤਾ ਨੇ ਉਹਨੂੰ ਇੰਨੇ ਡੂੰਘੇ ਰਸਾਤਲ 'ਚ ਡੋਬ ਦਿੱਤਾ ਸੀ। ਕਈ ਵਾਰ ਉਹਨਾਂ ਦੀ ਖਾਹਿਸ਼ ਹੁੰਦੀ ਕਿ ਜੇ ਇੱਕ ਵਾਰੀ ਮੁਨਸ਼ੀ ਰਾਜ ਸਿੰਘ ਨੂੰ ਉਹਨਾਂ ਪਾਸ ਲਿਆਂਦਾ ਜਾਵੇ ਤਾਂ ਅਵੱਸ਼ ਹੀ ਉਹਦੇ ਜੀਵਨ 'ਚ ਕੁਝ ਨਾ ਕੁਝ ਪਰਿਵਰਤਨ ਲਿਆ ਸਕਣਗੇ। ਇਸ ਮਤਲਬ ਲਈ ਉਹਨਾਂ ਨੇ ਗੁਰਨਾਮ ਕੌਰ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਉਹ ਇੱਕ ਵਾਰੀ ਆਪਣੇ ਪਤੀ ਨੂੰ ਇੱਥੋਂ ਤੱਕ ਲੈ ਆਵੇ। ਸੰਤਾਂ ਦੇ ਹੁਕਮ ਦੀ ਪਾਲਣਾ ਲਈ ਗੁਰਨਾਮ ਕੌਰ ਨੇ ਬੜੀ ਵਾਰੀ ਪਤੀ ਨੂੰ ਬੇਨਤੀਆਂ ਕੀਤੀਆਂ, ਪਰ ਮੁਨਸ਼ੀ ਰਾਜ ਸਿੰਘ ਦੇ ਦਿਮਾਗ 'ਚ ਪਤਾ ਨਹੀਂ ਕੀ ਸਮਾਈ ਹੋਈ ਸੀ ਕਿ ਉਸ ਪਾਸੇ ਜਾਣ ਦਾ ਨਾਂ ਹੀ ਨਹੀਂ ਸੀ ਲੈਂਦਾ। ਸੰਤਾਂ ਨੂੰ ਜਦ ਗੁਰਨਾਮ ਕੌਰ ਦੀ ਜ਼ਬਾਨੀ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਦਾ ਉਹ ਯਕੀਨ ਹੋਰ ਵੀ ਪੱਕਾ ਹੋ ਗਿਆ ਜਿਹੜਾ ਉਹ ਸੋਚਦੇ ਸੀ ਕਿ ਰਾਜ ਸਿੰਘ ਕਿਸੇ ਬਦ-ਇਖਲਾਕੀ ਦੀ ਦਲਦਲ 'ਚ ਫਸਿਆ ਹੈ। ਉਹ ਸੋਚਦੇ ਜਿਹੜਾ ਆਦਮੀ ਸਤਸੰਗ ਦੇ ਸਤਸੰਗੀਆਂ ਤੋਂ ਇੰਨਾ ਤਰਹਿੰਦਾ ਹੈ, ਜ਼ਰੂਰ ਉਹਦੀ ਆਤਮਾ ਕਿਸੇ ਮਹਾਂਪਾਪ 'ਚ ਲਿਬੜ ਚੁੱਕੀ ਹੈ। ਇਹ ਸੋਚਦਿਆਂ ਹੋਇਆ ਮੁਨਸ਼ੀ ਰਾਜ ਸਿੰਘ ਲਈ ਉਹਨਾਂ ਦਾ ਮਨ ਹੋਰ ਵੀ ਤਰਸ ਨਾਲ ਛਲਕ ਪੈਂਦਾ। ਛੇਕੜ ਉਹਨਾਂ ਨੇ ਸਵਰਨ ਸਿੰਘ ਨੂੰ ਇਸ ਕੰਮ ਲਈ ਫਰਮਾਇਸ਼ ਪਾਈ, ਪਰ ਉਹ ਤਾਂ ਪਹਿਲੇ ਤੋਂ ਹੀ ਉਸ ਨਰਕੀ ਆਦਮੀ ਦੇ ਮੱਥੇ ਲੱਗਣ ਦਾ ਰਵਾਦਾਰ ਨਹੀਂ ਸੀ, ਜਿਹਨੇ ਉਸ ਦਿਨ ਆਪਣੀ ਜ਼ਬਾਨ ਨਾਲ ਸੰਤਾਂ ਦੇ ਵਿਰੁੱਧ ਬੋਲਣੋਂ ਵੀ ਸੰਕੋਚ ਨਹੀਂ ਸੀ ਕੀਤਾ। ਫਿਰ ਵੀ ਸੰਤਾਂ ਦੀ ਆਗਿਆ ਦਾ ਉਲੰਘਣ ਉਸ ਤੋਂ ਨਾ ਹੋ ਸਕਿਆ ਤੇ ਇੱਕ ਦਿਨ ਉਹ ਉਚੇਚੇ ਤੌਰ 'ਤੇ ਇਸ ਲਈ ਮੁਨਸ਼ੀ ਰਾਜ ਸਿੰਘ ਦੇ ਘਰ ਪਹੁੰਚਿਆ। ਰਾਜ ਸਿੰਘ ਉਸ ਵੇਲੇ ਘਰ 'ਚ ਇਕੱਲਾ ਸੀ ਤੇ ਦਫ਼ਤਰੋਂ ਹੁਣੇ ਵਿਹਲਾ ਹੋਇਆ ਸੀ। ਆਪਣੇ ਮਿੱਤਰ ਨੂੰ ਚਿਰਾਂ ਪਿੱਛੋਂ ਅੱਜ ਅਚਾਨਕ ਘਰ ਆਇਆ ਵੇਖ ਕੇ ਰਾਜ ਸਿੰਘ ਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ। ਉਹਨੇ ਆਦਰ ਨਾਲ ਬਿਠਾਉਂਦਿਆਂ ਸਵਰਨ ਸਿੰਘ ਨੂੰ ਪੁੱਛਿਆ, ਬੜੇ ਚਿਰਾਂ ਪਿੱਛੋਂ ਦਰਸ਼ਨ ਹੋਏ ਨੇ, ਮੈਂ ਤੇ ਸਮਝਿਆ ਸ਼ਾਇਦ ਹਮੇਸ਼ਾ ਲਈ ਤੁਹਾਡੇ ਦਰਸ਼ਨਾਂ ਤੋਂ ਵਾਂਝਿਆ ਜਾ ਚੁੱਕਾ। ਸਵਰਨ ਸਿੰਘ ਨੇ ਜਵਾਬ ਦਿੱਤਾ, ਤੁਸੀਂ ਨਹੀਂ ਮੁਨਸ਼ੀ ਜੀ, ਬਲਕਿ ਮੈਂ ਹੀ ਤੁਹਾਡੇ ਦਰਸ਼ਨ ਤੋਂ ਵਾਂਝਿਆ ਗਿਆ।
ਤੁਸਾਂ ਵਰਗੇ ਵਿਦਵਾਨ ਮਿੱਤਰ ਦਾ ਸਾਥ ਗੁਆ ਕੇ ਮੈਂ ਕਿੰਨੀ ਥੁੜ ਮਹਿਸੂਸ ਕਰ ਰਿਹਾ, ਇਸ ਗੱਲ ਦਾ ਅੰਦਾਜ਼ਾ ਸ਼ਾਇਦ ਤੁਸੀਂ ਨਹੀਂ ਲਾ ਸਕਦੇ। ਪਰ ਮੇਰੇ ਦੋਸਤ, ਮੇਰੇ ਦਿਲ 'ਚ ਅੱਜ ਵੀ ਤੁਹਾਡੇ ਲਈ ਉਹੀ ਸਤਿਕਾਰ ਹੈ ਜਿਹੜਾ ਪਹਿਲਾਂ ਸੀ। ਇਹ ਮੇਰੀ ਬਦਕਿਸਮਤੀ ਹੈ ਕਿ ਉਸ ਦਿਨ 'ਤੇ ਸਾਡੇ ਤਬਾਦਲਾ ਖਿਆਲਾਤ ਦਾ ਅਸਰ ਤੁਹਾਡੇ 'ਤੇ ਕੁਝ ਚੰਗਾ ਨਹੀਂ ਸੀ ਪਿਆ। ਫਿਰ ਵੀ ਮੈਂ ਇੰਨੀ ਅਰਜ਼ ਕਰਦੇ ਹਾਂ ਕਿ ਕਿਸੇ ਵੀ ਮਤਭੇਦ ਕਰਕੇ ਸਾਡੀ ਮਿੱਤਰਤਾ 'ਚ ਫਰਕ ਨਹੀਂ ਸੀ ਆਉਣਾ ਚਾਹੀਦਾ। ਜਿਸ ਤਰ੍ਹਾਂ ਸਾਰੇ ਆਦਮੀਆਂ ਦੀਆਂ ਸ਼ਕਲਾਂ ਕੁਦਰਤ ਨੇ ਵੱਖੋ ਵੱਖਰੀਆਂ ਬਣਾਈਆਂ ਹੈ, ਇਸ ਤਰ੍ਹਾਂ ਖਿਆਲਾਂ ਦੀ ਇੱਕ ਦੂਜੇ ਨਾਲ ਵਿਪੱਖਤਾ ਹੋਣੀ ਵੀ ਕੋਈ ਗੈਰ ਕੁਦਰਤੀ ਨਹੀਂ। ਮੰਨ ਲਓ ਤੁਹਾਡੇ ਤੇ ਮੇਰੇ ਖਿਆਲਾਂ 'ਚ ਮਤਭੇਦ ਸਹੀ, ਪਰ ਇਸ ਭੇਦ ਨੂੰ ਦੂਰ ਕੀਤਾ ਜਾ ਸਕਦਾ ਹੈ ਜੇ ਦੋ ਆਦਮੀ ਚੰਗੀਆਂ ਭਾਵਨਾਵਾਂ ਨਾਲ ਖਿਆਲਾਂ ਦਾ ਵਟਾਂਦਰਾ ਜਾਰੀ ਰੱਖਣ। ਮੈਂ ਇਸੇ ਮਤਲਬ ਲਈ ਅੱਜ ਫਿਰ ਤੁਹਾਡੇ ਕੋਲ ਆਇਆ ਮੁਨਸ਼ੀ ਜੀ। ਮੇਰੀ ਵੀ ਇਹੋ ਚਾਹ ਹੈ ਕਿ ਖਿਆਲੀ ਮਤਭੇਦ ਕਰਕੇ ਸਾਨੂੰ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਚਾਹੀਦਾ। ਬੜੀ ਖੁਸ਼ੀ ਦੀ ਗੱਲ ਹੈ। ਫਿਰ ਤਾਂ ਚਲੋ ਫਿਰ ਚੱਕੀ ਦੇ ਪੁਲ ਹੇਠ ਚੱਲ ਬਈਏ। ਪਰ ਮੇਰਾ ਖਿਆਲ ਹੈ ਉੱਥੇ ਜਾਣ ਦੀ ਥਾਂ ਸਾਨੂੰ ਇੱਕ ਹੋਰ ਥਾਂ ਚੱਲਣਾ ਚਾਹੀਦਾ। ਜਿੱਥੇ ਵੀ ਹੁਕਮ ਕਰੋ ਚੱਲਣ ਲਈ ਤਿਆਰ ਹਾਂ। ਜੇ ਮੰਨੋ ਤਾਂ ਸਾਨੂੰ ਸੰਤਾਂ ਪਾਸ ਚੱਲ ਕੇ ਆਪਣੇ ਖਿਆਲ ਪ੍ਰਗਟ ਕਰਨੇ ਚਾਹੀਦੇ ਨੇ। ਮਹਾਰਾਜ ਦੀ ਵੀ ਬੜੀ ਖਾਹਿਸ਼ ਹੈ ਕਿ ਕਦੀ ਉਹਨਾਂ ਦਾ ਤੁਹਾਡਾ ਸਾਖਿਆਤ ਹੋਵੇ। ਸੰਤਾਂ ਪਾਸ ਚੱਲਣ 'ਚ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇਹਦੇ ਰਸਤੇ ਵਿੱਚ ਇੱਕ ਰੁਕਾਵਟ ਦਿਸਦੀ ਹੈ ਮੈਨੂੰ। ਮੇਰੀ ਤਾਂ ਆਪਣੀ ਕਈ ਵਾਰ ਸਲਾਹ ਹੋਈ ਹੈ ਕਿ ਉਹਨਾਂ ਪਾਸ ਜਾ ਕੇ ਉਹਨਾਂ ਦੇ ਵਿਚਾਰ ਸੁਣਨ ਦੀ, ਪਰ ਇਹੋ ਰੁਕਾਵਟ ਹੈ ਜਿਸ ਕਰਕੇ ਮੈਂ ਅੱਜ ਤੀਕ ਉਹਨਾਂ ਪਾਸ ਨਹੀਂ ਜਾ ਸਕਿਆ। ਦੱਸ ਕਿਹੋ ਜਿਹੀ ਰੁਕਾਵਟ ਹੈ ਤੁਹਾਡੇ ਰਸਤੇ 'ਚ? ਜੇ ਮੇਰੇ ਵੱਸ ਦੀ ਗੱਲ ਹੋਈ ਤਾਂ ਮੈਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਗੱਲ ਇਹ ਹੈ ਸਰਦਾਰ ਜੀ ਕਿ ਮੈਂ ਕਿਸੇ ਹੱਦ ਤੱਕ ਆਪਣੀ ਆਦਤ ਤੋਂ ਮਜਬੂਰ ਹਾਂ। ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਜੇ ਕਹਾਂ ਵੀ ਅੱਜ ਤੀਕ ਮੇਰੇ ਦਿਲ 'ਚ ਉਹਨਾਂ ਮਹਾਤਮਾ ਲਈ ਉਹ ਸ਼ਰਧਾ ਨਹੀਂ ਪੈਦਾ ਹੋ ਸਕੀ ਜਿਹੜੀ ਤੁਹਾਡੇ ਦੂਜੇ ਸਤਸੰਗੀਆਂ ਦੇ ਦਿਲ 'ਚ, ਤੇ ਬਿਨਾਂ ਸ਼ਰਧਾ ਤੋਂ ਨਿਰਾ ਸ਼ਰਧਾਲੂ ਪੁਣੇ ਦਾ ਸਾਂਗ ਰਚ ਕੇ ਜਾਵਾਂ, ਮੈਥੋਂ ਨਹੀਂ ਹੋ ਸਕਦਾ। ਰਾਜ ਸਿੰਘ ਦੀ ਗੱਲ ਸੁਣ ਕੇ ਸਵਰਨ ਸਿੰਘ ਦੇ ਦਿਲ ਨੂੰ ਅੱਜ ਫੇਰ ਉਸ ਤਰ੍ਹਾਂ ਦਾ ਧੱਕਾ ਲੱਗਾ ਜਿਹੋ ਜਿਹਾ ਅੱਜ ਤੋਂ ਪਹਿਲਾਂ ਇੱਕ ਦਿਨ ਉਹਨੂੰ ਲੱਗਾ ਸੀ। ਪਰ ਇਸ ਵੇਲੇ ਕਿਉਂਕਿ ਉਹ ਇੱਕ ਜ਼ਰੂਰੀ ਫਰਜ਼ ਨੂੰ ਆਪਣੇ ਜ਼ਿੰਮੇ ਲੈ ਕੇ ਆਇਆ ਸੀ, ਇਸ ਕਰਕੇ ਦਿਲ ਦੇ ਭਾਵਾਂ ਨੂੰ ਲੁਕਾਉਂਦਾ ਬੋਲਿਆ, ਫਿਰ ਤਾਂ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਉਹਨਾਂ ਪਾਸ ਜਾਣ ਲਈ ਕਿਸੇ ਵੀ ਸ਼ਰਤ 'ਤੇ ਤਿਆਰ ਨਹੀਂ ਹੋ। ਨਹੀਂ ਜੀ, ਐਸੀ ਗੱਲ ਨਹੀਂ। ਮੈਂ ਸਿਰਫ ਇੱਕ ਸ਼ਰਤ 'ਤੇ ਜਾ ਸਕਦਾ, ਮਸਲਨ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਕਿ ਮੈਂ ਆਮ ਮਿੱਤਰਾਂ ਵਾਂਗ ਉਹਨਾਂ ਨੂੰ ਮਿਲਾਂ। ਸਵਰਨ ਸਿੰਘ ਨੇ ਕਾਫੀ ਯਤਨ ਕੀਤਾ ਆਪਣੇ ਰੋਸ ਨੂੰ ਲੁਕਾਉਣ ਦਾ। ਫਿਰ ਵੀ ਰਾਜ ਸਿੰਘ ਦੇ ਜਵਾਬ 'ਚ ਇੰਨੀ ਗੱਲ ਉਹ ਕਹਿ ਹੀ ਗਿਆ, ਮਤਲਬ ਕਿ ਜੇ ਭੁੱਲੇ ਚੁੱਕੇ ਸੰਤਾਂ ਦੇ ਅਦਬ ਅਦਾਬ ਲਈ ਤੁਹਾਡਾ ਜ਼ਰਾ ਸਿਰ ਉਹਨਾਂ ਅੱਗੇ ਝੁਕ ਗਿਆ ਤਾਂ ਤੁਹਾਡਾ ਅਸੂਲ ਟੁੱਟ ਜਾਏਗਾ। ਨਾਰਾਜ਼ ਨਾ ਹੋ ਸਰਦਾਰ ਜੀ, ਮੇਰਾ ਕੋਈ ਵੀ ਅਸੂਲ ਕੱਚੀ ਤੰਦ ਨਾਲ ਨਹੀਂ ਬੱਝਾ ਹੋਇਆ ਕਿ ਰੱਤੀ ਜਿੰਨੇ ਹਵਾ ਦੇ ਝੋਂਕੇ ਨਾਲ ਟੁੱਟ ਜਾਏਗਾ। ਪਰ ਕਿਸੇ ਨੂੰ ਨਮਸਕਾਰ ਕਰਨੀ ਜਾਂ ਮੱਥਾ ਟੇਕਣਾ ਅਸਲ 'ਚ ਸ਼ਰਧਾ ਦਾ ਹੀ ਚਿੰਨ੍ਹ ਹੈ ਨਾ। ਕਿ ਤੁਹਾਡੇ ਖਿਆਲ 'ਚ ਜੇ ਮੈਂ ਨਿਰਾ ਦਿਖਾਵੇ ਲਈ ਮੱਥਾ ਟੇਕਾਂਗਾ ਤਾਂ ਇਸ ਦਾ ਕੋਈ ਲਾਭ ਹੋਏਗਾ? ਲਾਭ ਹੋਵੇ ਨਾ ਹੋਵੇ ਮੁਨਸ਼ੀ ਜੀ, ਪਰ ਤੁਸੀਂ ਜਾਣਦੇ ਹੋ ਮਰਿਆਦਾ ਨੂੰ ਕਾਇਮ ਰੱਖਣ ਲਈ ਜੇ ਆਦਮੀ ਜ਼ਰਾ ਕਿਸੇ ਮਹਾਂਪੁਰਸ਼ ਅੱਗੇ ਸਿਰ ਝੁਕਾ ਵੀ ਦੇਵੇ ਤਾਂ ਕੋਈ ਕਿਆਮਤ ਨਹੀਂ ਆ ਜਾਂਦੀ। ਤੁਹਾਡੇ ਖਿਆਲ 'ਚ ਇਹ ਹੋਏਗਾ, ਪਰ ਜੇ ਮੈਂ ਕਹਾਂ ਵੀ ਫੋਕੀ ਸੱਖਣੀ ਮਰਿਆਦਾ ਦੀਆਂ ਲਕੀਰਾਂ ਨੇ ਸਾਡੇ ਦੇਸ਼ ਦੇ ਸਮਾਜ 'ਚ ਅਣਗਿਣਤ ਕਿਸਮ ਦੇ ਵਹਿਮਾਂ ਭਰਮਾਂ ਨੂੰ ਜਨਮ ਦਿੱਤਾ ਤਾਂ ਤੁਸੀਂ ਇਹਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ। ਇਸੇ ਸਨਕੀ ਆਦਮੀ ਦੀਆਂ ਗੱਲਾਂ ਸੁਣ ਕੇ ਸਵਰਨ ਸਿੰਘ ਦਾ ਦਿਲ ਕੀਤਾ ਉਦਣ ਵਾਂਗ ਅੱਜ ਵੀ ਉੱਠ ਕੇ ਤੁਰਦਾ ਬਣੇ। ਪਰ ਉਹ ਜਿਹੜਾ ਸੰਤਾਂ ਨਾਲ ਇਕਰਾਰ ਕਰਕੇ ਆਇਆ ਸੀ ਕਿ ਜਿਸ ਤਰ੍ਹਾਂ ਵੀ ਹੋ ਸਕਿਆ ਇੱਕ ਵਾਰੀ ਉਹ ਹਰ ਹੀਲੇ ਇਸ ਨੂੰ ਸੰਤਾਂ ਤੱਕ ਪਹੁੰਚਾਏਗਾ, ਇਸ ਜ਼ਿੰਮੇਵਾਰੀ ਦੀ ਅਨੁਭਵਤਾ ਨੇ ਉਹਨੂੰ ਉੱਠਣ ਨਾ ਦਿੱਤਾ। ਫਿਰ ਉਹਨੂੰ ਇੱਕ ਹੋਰ ਖਿਆਲ ਆਇਆ, ਇੱਕ ਵਾਰੀ ਕਿਸੇ ਤਰ੍ਹਾਂ ਵੀ ਜੇ ਇਹ ਅਮੋੜ ਆਦਮੀ ਮਹਾਰਾਜ ਜੀ ਦੇ ਸਾਹਮਣੇ ਚਲਾ ਜਾਏ ਤਾਂ ਉਹਨਾਂ ਦੀ ਆਤਮਿਕ ਸ਼ਕਤੀ ਦੇ ਸਾਹਮਣੇ ਖੁਦ ਬਖੁਦ ਦਾ ਸਿਰ ਝੁਕ ਜਾਏਗਾ ਤੇ ਨਾਲ ਹੀ ਇਹਦੇ ਅੰਦਰੋਂ ਉਹ ਨਾਸਤਕਤਾ ਦੇ ਖਿਆਲ ਵੀ ਦੂਰ ਹੋ ਜਾਣਗੇ ਜਿਨ੍ਹਾਂ ਨੇ ਇਸ ਨੂੰ ਇਸ ਹੱਦ ਤੀਕ ਢੀਠ ਬਣਾ ਦਿੱਤਾ ਹੈ। ਇਸ ਫੈਸਲੇ 'ਤੇ ਪੁੱਜ ਕੇ ਬੋਲਿਆ, ਚਲੋ ਮਨਜ਼ੂਰ ਹੈ, ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰੇ ਉਹਨਾਂ ਨਾਲ ਪੇਸ਼ ਆਉਣਾ ਤਾਂ ਮੈਂ ਤਿਆਰ ਹਾਂ, ਜਦੋਂ ਵੀ ਚਾਹੋ। ਕੱਲ੍ਹ ਰਾਤੀ ਸੀ 7 ਵਜੇ। ਇਕਰਾਰ ਲੈਣ ਤੋਂ ਬਾਅਦ ਸਵਰਨ ਸਿੰਘ ਅੱਧਾ ਕੁ ਰਾਜ਼ੀ ਅੱਧਾ ਕੁ ਨਾਰਾਜ਼ ਹੋ ਕੇ ਉੱਠ ਖੜੋਤਾ ਤੇ ਕਹਿੰਦਾ ਹੋਇਆ ਉਹਦੇ ਘਰ 'ਚੋਂ ਬਾਹਰ ਨਿਕਲ ਗਿਆ, ਚੰਗਾ ਫਿਰ ਕੱਲ੍ਹ 8 ਵਜੇ ਘਰ ਰਹਿਣਾ, ਮੈਂ ਆਵਾਂਗਾ। ਤੇ ਮੁਨਸ਼ੀ ਰਾਜ ਸਿੰਘ ਨੇ ਹਾਮੀ ਭਰੀ। ਧੰਨਵਾਦ। ਚੱਲਦਾ।